ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਾਂਗਾ। ਇੱਕ ਸਰਦਾਰ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ, ਉਹਨਾਂ ਦੀ ਭਾਸ਼ਾ ਦੇ ਸੰਬੰਧ ਵਿੱਚ, ਉਹਨਾਂ ਦੀ ਬੋਲੀ ਦੇ ਸੰਬੰਧ ਵਿੱਚ, ਅਤੇ ਦੂਸਰਾ ਪਿਛਲੇ ਦਿਨੀ ਸਿੰਘਨਾਦ ਟੀਵੀ ਦੇ ਉੱਤੇ ਪ੍ਰਭਦੀਪ ਸਿੰਘ ਬਖਸ਼ੀਸ਼ ਸਿੰਘ ਹੁਣਾਂ ਦੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਈ, ਉਹਦੇ ਵਿੱਚ ਪ੍ਰਭਦੀਪ ਸਿੰਘ ਹੁਣਾਂ ਨੇ ਬੜੇ ਸਲੀਕੇ ਦੇ ਨਾਲ, ਸੋਹਣੇ ਢੰਗ ਦੇ ਨਾਲ ਮੇਰੇ ਤੇ ਸਵਾਲ ਕੀਤਾ ਸੀ ਕਿ ਹਰਨੇਕ ਸਿੰਘ ਨੇ ਆਪਣੀ ਸਟੇਟਮੈਂਟ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਔਕਾਤ ਦਾ ਜ਼ਿਕਰ ਕੀਤਾ ਹੈ ਕਿ ਮੈਂ ਉਸ ਸਟੇਟਮੈਂਟ ਦੇ ਨਾਲ ਸਹਿਮਤ ਹਾਂ ਜਾਂ ਨਹੀਂ। ਹਰਨੇਕ ਸਿੰਘ ਦਾ ਉਹ ਪ੍ਰੋਗਰਾਮ ਮੈਂ ਸੁਣਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਸੀ ਕਿ ਗੁਰੂ ਜੀ ਕਦੇ ਵੀ ਇਸ ਔਕਾਤ ਦੇ ਵਿੱਚ ਨਹੀਂ ਰਹੇ ਕਿ ਉਹ ਦਿੱਲੀ ਦੇ ਉੱਤੇ ਕਬਜ਼ਾ ਕਰ ਸਕਦੇ ਹੋਵਣ। ਸ਼ਾਇਦ ਇਸੇ ਹੀ ਸਟੇਟਮੈਂਟ ਦਾ ਜ਼ਿਕਰ ਤੁਸੀਂ ਕਰ ਰਹੇ ਹੋਵੋਗੇ। ਇਸ ਤੋਂ ਇਲਾਵਾ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕੋਈ ਗੱਲ ਉਹਨਾਂ ਨੇ ਆਖੀ ਹੋਵੇ ਤਾਂ ਮੈਨੂੰ ਉਸ ਬਾਰੇ ਨਹੀਂ ਪਤਾ, ਪਰ ਮੈਨੂੰ ਯਕੀਨ ਹੈ ਕਿ ਇਸੇ ਹੀ ਸਟੇਟਮੈਂਟ ਦੀ ਗੱਲ ਆਪ ਜੀ ਨੇ ਕੀਤੀ ਹੈ। ਆਪ ਜੀ ਤੋਂ ਇਲਾਵਾ ਹੋਰ ਵੀ ਕਈ ਰੇਡੀਓ ਚੈਨਲਾਂ ਵਾਲਿਆਂ ਨੇ ਇਸ ਸਟੇਟਮੈਂਟ ਦਾ ਨੋਟਿਸ ਲਿਆ ਹੈ। ਮੈਂ ਇਸ ਸਟੇਟਮੈਂਟ ਦੇ ਨਾਲ ਸਹਿਮਤ ਹਾਂ ਜਾਂ ਨਹੀਂ ਹਾਂ, ਉਹ ਦੱਸਣ ਤੋਂ ਪਹਿਲਾਂ ਪ੍ਰਭਦੀਪ ਸਿੰਘ ਜੀ, ਜੇਕਰ ਮੈਂ ਤੁਹਾਡੇ ਕੋਲੋਂ ਇਹ ਪੁੱਛਾਂ ਕਿ ਗੁਰੂ ਦੀ ਔਕਾਤ ਦੇ ਸੰਬੰਧ ਵਿੱਚ ਤੁਹਾਡੇ ਕੀ ਵਿਚਾਰ ਹਨ। ਗੁਰੂ ਭਾਵ ਉਹ ਜਿਸ ਨੇ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਜਨਮ ਲਿਆ ਸੀ, ਨਾ ਕਿ ਉਹ ਗੁਰੂ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਇਆ ਹੈ। ਸਪੈਸ਼ਲ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਆਪਾਂ ਕਰ ਰਹੇ ਹਾਂ। ਤੁਸੀਂ ਜੋ ਵੀ ਇਹਦੇ ਸੰਬੰਧ ਦੇ ਵਿੱਚ ਸਟੇਟਮੈਂਟ ਦਿਓਗੇ ਗੁਰੂ ਗੋਬਿੰਦ ਸਿੰਘ ਜੀ ਦੀ ਔਕਾਤ ਦੇ ਸੰਬੰਧ ਦੇ ਵਿੱਚ, ਮੈਂ ਇੱਕ ਸ਼ਰਧਾਵਾਨ ਸਿੱਖ ਦੇ ਵਜੋਂ, ਇੱਕ ਸ਼ਰਧਾਲੂ ਦੇ ਤੌਰ ਦੇ ਉੱਤੇ ਤੁਹਾਡੀ ਉਸ ਸਟੇਟਮੈਂਟ ਨੂੰ ਮੈਂ ਸਹੀ ਮੰਨ ਲੈਂਦਾ ਹਾਂ। ਮੈਂ ਕਹਿ ਦਿੰਦਾ ਹਾਂ ਕਿ ਹਰਨੇਕ ਸਿੰਘ ਦੀ ਸਟੇਟਮੈਂਟ ਗਲਤ ਹੈ। ਤੁਸੀਂ ਦੱਸੋ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਔਕਾਤ ਦੇ ਸੰਬੰਧ ਦੇ ਵਿੱਚ ਕਿਹੜੀ ਸਟੇਟਮੈਂਟ ਦਿਓਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਿਤਨੀ ਔਕਾਤ ਸੀ। ਤੁਸੀਂ ਆਖਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਰੱਬ ਰੂਪ ਸਨ, ਰੱਬ ਸਨ। ਮੈਂ ਹੱਥ ਜੋੜ ਕੇ ਮੰਨ ਲਵਾਂਗਾ, ਸਿਰ ਝੁਕਾ ਕੇ ਮੰਨ ਲਵਾਂਗਾ। ਤੁਸੀਂ ਆਖਦੇ ਹੋ ਕਿ ਦਿੱਲੀ ਨੂੰ ਜਿੱਤਣਾ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਕੋਈ ਔਖਾ ਨਹੀਂ ਸੀ, ਬਲਕਿ ਦਿੱਲੀ ਨੂੰ ਜਿੱਤਣਾ ਜਿਹੜਾ ਹੈ ਤੇ ਗੁਰੂ ਸਾਹਿਬ ਵਾਸਤੇ ਇੱਕ ਚੁਟਕੀ ਜਿੱਤਣਾ ਕੰਮ ਸੀ। ਤੁਸੀਂ ਇਹ ਸਟੇਟਮੈਂਟ ਦਿਓਗੇ, ਮੈਂ ਇਸ ਦੇ ਨਾਲ ਵੀ ਸਹਿਮਤ ਹੋ ਜਾਂਦਾ ਹਾਂ। ਮੈਂ ਮੰਨਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਰੱਬ ਰੂਪ ਸਨ, ਜੋ ਚਾਹੁੰਦੇ ਉਹ ਕਰ ਸਕਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਔਕਾਤ ਇਤਨੀ ਜ਼ਿਆਦਾ ਸੀ ਕਿ ਉਹ ਚਾਹੁੰਦੇ ਤੇ ਇੱਕ ਚੁਟਕੀ ਦੇ ਵਿੱਚ ਉਹ ਦਿੱਲੀ ਨੂੰ ਜਿੱਤ ਸਕਦੇ ਸਨ, ਦਿੱਲੀ ਦੇ ਉੱਤੇ ਕਾਬੂ ਪਾ ਸਕਦੇ ਸਨ। ਮੈਂ ਤੁਹਾਡੀ ਇਸ ਸਟੇਟਮੈਂਟ ਦੇ ਨਾਲ ਸਹਿਮਤ ਹੋ ਜਾਂਦਾ ਹਾਂ, ਸਿਰ ਝੁਕਾਉਂਦਾ ਹਾਂ। ਇੱਕ ਸ਼ਰਧਾਲੂ ਦੇ ਤੌਰ ਦੇ ਉੱਤੇ ਆਖਦਾ ਕਿ ਤੁਹਾਡੀ ਸਟੇਟਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ। ਪਰ ਥੋੜਾ ਜਿਹਾ ਹੁਣ ਇਸ ਤੋਂ ਅਗਾਂਹ ਚੱਲੋ। ਮੈਂ ਤੁਹਾਡੀ ਸਟੇਟਮੈਂਟ ਮੰਨ ਲਈ, ਪਰ ਮੈਨੂੰ ਇਹ ਦੱਸੋ, ਜਦੋਂ ਤੁਹਾਡੀ ਇਸ ਸਟੇਟਮੈਂਟ ਨੂੰ ਅਸੀਂ ਦੁਨੀਆ ਦੇ ਵਿੱਚ ਪ੍ਰਚਾਰਾਂਗੇ ਤੇ ਜੇ ਤੁਹਾਡੀ ਇਹ ਸਟੇਟਮੈਂਟ ਸੁਣ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਚੁਟਕੀ ਦੇ ਵਿੱਚ ਦਿੱਲੀ ਜਿੱਤ ਸਕਦੇ ਸਨ, ਜੇ ਕੋਈ ਤੁਹਾਡੇ ਉੱਤੇ ਇਹ ਸਵਾਲ ਕਰੇ, ਮੈਂ ਤੇ ਨਹੀਂ ਕਰਾਂਗਾ, ਮੈਂ ਤੇ ਸ਼ਰਧਾਲੂ ਦੇ ਤੌਰ ਤੇ ਤੁਹਾਡੇ ਅੱਗੇ ਸਿਰ ਨਵਾ ਕੇ ਤੁਹਾਡੀ ਗੱਲ ਮੰਨ ਲੈਣਾ, ਪਰ ਜੇ ਕੋਈ ਹੋਰ ਤੁਹਾਡੇ ਤੇ ਸਵਾਲ ਕਰੇ, ਮੇਰੇ ਤੇ ਸਵਾਲ ਕਰੇ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਇੰਨੀ ਸਮਰੱਥਾ ਸੀ, ਜਿਸ ਗੁਰੂ ਦੀ ਇੰਨੀ ਹੈਸੀਅਤ ਸੀ, ਜਿਸ ਗੁਰੂ ਦੀ ਇਤਨੀ ਔਕਾਤ ਸੀ ਕਿ ਉਹ ਇੱਕ ਚੁਟਕੀ ਦੇ ਵਿੱਚ ਦਿੱਲੀ ਜਿੱਤ ਸਕਦੇ ਸਨ, ਤੇ ਫਿਰ ਇਹ ਦੱਸੋ ਕਿ ਉਸ ਗੁਰੂ ਨੂੰ ਆਪਣਾ ਵਸਾਇਆ ਹੋਇਆ ਆਨੰਦਪੁਰ ਕਿਉਂ ਛੱਡਣਾ ਪੈ ਗਿਆ।
ਚੁਟਕੀ ਦੇ ਵਿੱਚ ਤੇ ਗੁਰੂ ਦਿੱਲੀ ਜਿੱਤ ਸਕਦਾ ਹੈ, ਪਰ ਆਪਣੇ ਹੱਥੀਂ ਵਸਾਇਆ ਹੋਇਆ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਛੱਡਣਾ ਪਿਆ? ਉਹ ਵੀ ਉਸ ਪੋਹ ਦੀ ਠੰਡ ਦੇ ਵਿੱਚ, ਜਿਸ ਠੰਡ ਦੇ ਵਿੱਚ ਇੱਕ ਪੰਛੀ ਵੀ ਆਪਣਾ ਆਲ੍ਹਣਾ ਜਿਹੜਾ ਹੈ ਉਹ ਛੱਡ ਕੇ ਨਹੀਂ ਜਾਂਦਾ। ਕਿਉਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਛੱਡਣਾ ਪਿਆ? ਇਸ ਦਾ ਜਵਾਬ ਆਪਾਂ ਕੀ ਦੇਵਾਂਗੇ? ਇਸ ਸਵਾਲ ਦਾ ਜਵਾਬ ਜਿਹੜਾ ਵੀ ਤੁਸੀਂ ਦਿਓਗੇ, ਉਹ ਜਵਾਬ ਉਹੀ ਹੋਵੇਗਾ ਜਿਹੜਾ ਸੰਪਰਦਾਈ ਲੋਕ ਦੇ ਰਹੇ ਨੇ। ਜਿਸ ਜਵਾਬ ਨੂੰ ਦੇਣ ਵੇਲੇ ਫਿਰ ਸਾਨੂੰ ਸਾਰੀਆਂ ਗੈਬੀ ਸ਼ਕਤੀਆਂ ਨੂੰ ਮੰਨਣਾ ਪੈਣਾ, ਜਿਸ ਜਵਾਬ ਨੂੰ ਦੇਣ ਵੇਲੇ ਸਾਨੂੰ ਸਾਰਾ ਕਰਾਮਾਤੀ ਪੈਕੇਜ ਜਿਹੜਾ ਹੈ ਉਹ ਮੰਨਣਾ ਪੈਣਾ ਹੈ। ਜਦ ਕਿ ਅਸਲੀਅਤ ਇਹ ਰਹੀ ਹੋਵੇਗੀ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਨੰਦਪੁਰ ਦਾ ਕਿਲਾ ਛੱਡਣ ਵਾਸਤੇ ਮੁਗਲ ਫੌਜਾਂ ਨੇ, ਪਹਾੜੀ ਫੌਜਾਂ ਨੇ ਮਜਬੂਰ ਕਰ ਦਿੱਤਾ ਹੋਵੇਗਾ। 7-8 ਮਹੀਨੇ ਦਾ ਉਹ ਘੇਰਾ ਹੈ, ਰਾਸ਼ਨ ਪਾਣੀ ਅੰਦਰੋਂ ਖਤਮ ਹੋ ਚੁੱਕਾ ਹੈ, ਭੁੱਖ ਦੇ ਕਾਰਨ ਸਿੱਖ ਅੰਦਰ ਮਰ ਰਹੇ ਨੇ, ਸਿੱਖਾਂ ਦਾ ਸਰੀਰਕ ਬਲ ਜਿਹੜਾ ਹੈ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਤੇ ਇੱਕ ਸਿਆਣਾ ਆਗੂ ਹੋਣ ਦੇ ਨਾਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਫੈਸਲਾ ਲਿਆ ਹੋਵੇਗਾ ਕਿ ਜੇਕਰ ਅੱਜ ਆਨੰਦਪੁਰ ਨੂੰ ਨਹੀਂ ਛੱਡਦੇ ਤਾਂ ਇਹ ਮੁਗਲ ਫੌਜਾਂ ਜਿਹੜੀਆਂ ਨੇ ਅੰਦਰ ਆਣ ਕੇ ਇਹਦੇ ਨਾਲੋਂ ਵੀ ਜ਼ਿਆਦਾ ਨੁਕਸਾਨ ਕਰ ਸਕਦੀਆਂ ਹਨ। ਘੱਟ ਤੋਂ ਘੱਟ ਨੁਕਸਾਨ ਹੋਵੇ, ਇਸ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਨੂੰ ਛੱਡਣ ਦਾ ਫੈਸਲਾ ਕੀਤਾ ਔਰ ਆਨੰਦਪੁਰ ਛੱਡਿਆ। ਹੁਣ ਜੇ ਕੋਈ ਸਾਡੇ ਤੇ ਇਹ ਸਵਾਲ ਕਰੇ ਵੀ ਜਿਸ ਗੁਰੂ ਦੇ ਵਿੱਚ ਇੰਨੀ ਤਾਕਤ ਆ ਕਿ ਚੁਟਕੀ ਦੇ ਵਿੱਚ ਤੇ ਉਹ ਗੁਰੂ ਦਿੱਲੀ ਨੂੰ ਫਤਿਹ ਕਰ ਸਕਦਾ ਹੈ, ਦਿੱਲੀ ਨੂੰ ਜਿੱਤ ਸਕਦਾ ਹੈ, ਤੇ ਚੁਟਕੀ ਦੇ ਵਿੱਚ ਦਿੱਲੀ ਨੂੰ ਜਿੱਤਣ ਵਾਲਾ ਗੁਰੂ ਜਿਹੜਾ ਹੈ ਉਸ ਨੂੰ ਆਨੰਦਪੁਰ ਛੱਡਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ, ਕੀ ਜਵਾਬ ਦੇਵਾਂਗੇ? ਯਕੀਨਨ ਤੁਹਾਡੇ ਜਵਾਬ ਦੇ ਵਿੱਚ ਤੇ ਸੰਪਰਦਾਈ ਲੋਕਾਂ ਦੇ ਦਿੱਤੇ ਹੋਏ ਜਵਾਬ ਦੇ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਇਹਦੇ ਨਾਲ ਤੁਸੀਂ ਫਿਰ ਗੈਬੀ ਸ਼ਕਤੀਆਂ ਨੂੰ ਜੋੜੋ, ਚਾਹੇ ਕਰਾਮਾਤੀ ਕਹਾਣੀਆਂ ਨੂੰ ਜੋੜੋ, ਜੋ ਮਰਜ਼ੀ ਜੋੜੀ ਚਾਹੋ। ਕੋਈ ਵੀ ਜਵਾਬ ਦੇ ਕੇ ਤੁਸੀਂ ਸਵਾਲ ਕਰਨ ਵਾਲੇ ਦੀ ਤਸੱਲੀ ਨਹੀਂ ਕਰਵਾ ਸਕੋਗੇ। ਉਸ ਦੇ ਸਵਾਲ ਹੋਰ ਵੱਧਦੇ ਜਾਵਣਗੇ ਕਿ ਜੇ ਇੱਕ ਵਾਰੀ ਗੁਰੂ ਸਾਹਿਬ ਜੀ ਨੇ ਆਨੰਦਪੁਰ ਛੱਡ ਦਿੱਤਾ ਤੇ ਦੁਬਾਰਾ ਗੁਰੂ ਸਾਹਿਬ ਆਨੰਦਪੁਰ ਵੀ ਕਿਉਂ ਨਹੀਂ ਆ ਸਕੇ? 2-3 ਸਾਲ ਦਾ ਸਮਾਂ, ਜਿੰਨਾ ਵੀ ਸਮਾਂ ਗੁਰੂ ਸਾਹਿਬ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਦੇ ਉੱਤੇ ਵਿਚਰੇ ਹਨ, ਮਾਲਵੇ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਹੋਏਗਾ ਜਿਸ ਪਿੰਡ ਤੋਂ ਚੱਲ ਕੇ ਜੇ ਆਨੰਦਪੁਰ ਵਿਖੇ ਅਪੜਨਾ ਹੋਵੇ ਤੇ ਸਵੇਰ ਤੋਂ ਚੱਲ ਕੇ ਸ਼ਾਮ ਤੱਕ ਬੰਦਾ ਨਾ ਪਹੁੰਚ ਸਕਦਾ ਹੋਵੇ, ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਹੀਂ ਆਏ। ਕਿਉਂ? ਸੱਚਾਈ ਦੱਸੋ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਉਸ ਤੋਂ ਬਾਅਦ ਆਨੰਦਪੁਰ ਦੇ ਅੰਦਰ ਵੀ ਉਹਨਾਂ ਨੇ ਵੜਨ ਨਹੀਂ ਦਿੱਤਾ। ਸਾਰੀ ਜ਼ਿੰਦਗੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਨਹੀਂ ਗਏ। ਕਿਉਂ ਨਹੀਂ ਗਏ? 2 ਕਾਰਨ ਹੋ ਸਕਦੇ ਨੇ। ਪਹਿਲਾ ਤਾਂ ਇਹ ਹੋ ਸਕਦਾ ਹੈ ਕਿ ਦਰਬਾਰ ਸਾਹਿਬ ਦੀ ਅਕਾਲ ਤਖਤ ਦੀ ਜਿਹੋ ਜੀ ਤਸਵੀਰ ਅੱਜ ਸਾਡੇ ਮਨਾਂ ਦੇ ਵਿੱਚ ਹੈ, ਅਸੀਂ ਉਸ ਨੂੰ ਸਿੱਖੀ ਦਾ ਕੇਂਦਰ, ਸਿੱਖੀ ਦਾ ਧੁਰਾ ਕਹਿੰਦੇ ਹਾਂ, ਜਾਂ ਤੇ ਗੁਰੂ ਸਾਹਿਬ ਜੀ ਦੇ ਸਮੇਂ ਇਹੋ ਜੀ ਤਸਵੀਰ ਗੁਰੂ ਸਾਹਿਬ ਜੀ ਦੇ ਮਨ ਦੇ ਅੰਦਰ ਜਾਂ ਉਸ ਵੇਲੇ ਦੇ ਸਿੱਖਾਂ ਦੇ ਮਨ ਦੇ ਅੰਦਰ ਨਹੀਂ ਹੋਵੇਗੀ ਦਰਬਾਰ ਸਾਹਿਬ ਜੀ ਦੀ ਤੇ ਅਕਾਲ ਤਖਤ ਦੀ, ਕਿ ਸਤਿਗੁਰਾਂ ਨੇ ਇੱਥੇ ਆਉਣ ਦੀ ਲੋੜ ਨਾ ਸਮਝੀ ਹੋਵੇ। ਤੇ ਜਾਂ ਫਿਰ ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਉਸ ਵੇਲੇ ਹਰਿਮੰਦਰ ਸਾਹਿਬ ਦੇ ਅਕਾਲ ਤਖਤ ਦੇ ਪੁਜਾਰੀ ਜਿਹੜੇ ਨੇ ਉਸ ਸਮੇਂ ਦੀ ਸਰਕਾਰ ਦੇ ਨਾਲ ਰਲੇ ਹੋਏ ਹੋਵਣ। ਨਹੀਂ ਤੇ ਹੋ ਨਹੀਂ ਸਕਦਾ ਵੀ 8 ਮਹੀਨੇ ਆਨੰਦਪੁਰ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਹੋਵੇ ਤੇ ਉਸ ਵੇਲੇ ਦਾ ਜਿਹੜਾ ਸਿੱਖੀ ਦਾ ਕੇਂਦਰ ਹੋਵੇ, ਸਿੱਖੀ ਦਾ ਧੁਰਾ ਹੋਵੇ, ਦਰਬਾਰ ਸਾਹਿਬ, ਅਕਾਲ ਤਖਤ, ਉਸ ਦਾ ਕੋਈ ਨੁਕਸਾਨ ਨਾ ਕੀਤਾ ਹੋਇਆ ਹੋਵੇ। 2 ਹੀ ਕਾਰਨ ਹੋ ਸਕਦੇ ਨੇ। ਸਾਨੂੰ
ਸੰਸਾਰ ਦੇ ਲੋਕਾਂ ਨੂੰ ਆਪਣੇ ਇਤਿਹਾਸ ਦੀ ਸੱਚਾਈ ਜੋ ਪ੍ਰੈਕਟੀਕਲ ਰੂਪ ਦੇ ਵਿੱਚ ਹੋ ਸਕਦਾ ਹੈ, ਸਾਨੂੰ ਉਹ ਦੱਸਣਾ ਚਾਹੀਦਾ ਹੈ। ਜਦੋਂ ਗੁਰੂ ਸਾਹਿਬ ਜੀ ਦੇ ਗਿਆਨ ਦੀ, ਉਹਨਾਂ ਦੀ ਸਮਝ ਦੀ ਔਕਾਤ ਦੀ ਗੱਲ ਕਰਾਂਗੇ, ਉੱਥੇ ਆਖਾਂਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਮਝ ਇੰਨੀ ਵਿਸ਼ਾਲ ਆ, ਉਹਨਾਂ ਦੇ ਗਿਆਨ ਦੀ ਤਾਕਤ, ਉਹਨਾਂ ਦੀ ਸਮਝ ਦੀ ਔਕਾਤ ਇਤਨੀ ਜ਼ਿਆਦਾ ਹੈ, ਕੋਈ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਪਰ ਉਸੇ ਗਿਆਨ ਦੀ ਤਾਕਤ, ਉਸੇ ਸਮਝ ਦੀ ਔਕਾਤ ਦੇ ਵਿੱਚੋਂ ਇਹ ਫੈਸਲੇ ਨਿਕਲਦੇ ਨੇ ਕਿ ਜੇ ਅੱਜ ਆਨੰਦਪੁਰ ਛੱਡਣਾ ਹੈ ਤੇ ਆਨੰਦਪੁਰ ਵੀ ਆਪਾਂ ਛੱਡ ਦਈਏ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਉਹ ਸਮਝ, ਉਹ ਗਿਆਨ ਕਦੇ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਅਸੀਂ ਦਿੱਲੀ ਜਿੱਤ ਲਵਾਂਗੇ, ਕਿਉਂਕਿ ਦਿੱਲੀ ਜਿੱਤਣ ਵਾਸਤੇ ਜਿਹੜੇ ਸਾਧਨ ਚਾਹੀਦੇ ਨੇ, ਉਹ ਸਾਧਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਉਸ ਵੇਲੇ ਨਹੀਂ ਹਨ। ਜਿਤਨੀਆਂ ਫੌਜਾਂ ਚਾਹੀਦੀਆਂ ਹਨ, ਜਿਤਨੀ ਮੁਗਲ ਹਕੂਮਤ ਦੀ ਤਾਕਤ ਹੈ, ਉਹਦੇ ਨਾਲ ਟਕਰਾਉਣਾ ਹੈ, ਦਿੱਲੀ ਦੇ ਵਿੱਚ ਜਾ ਕੇ ਟਕਰਾਉਣਾ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਨਹੀਂ ਸੀ। ਇਸ ਤਰੀਕੇ ਦੇ ਨਾਲ ਕਿਸੇ ਨੂੰ ਆਪਣਾ ਇਤਿਹਾਸ ਦੱਸਾਂਗੇ, ਕੋਈ ਸਾਡੇ ਤੇ ਯਕੀਨ ਕਰੇਗਾ। ਜੇ ਗੱਪਾਂ ਸੁਣਾਉਣੀਆਂ ਤੇ ਸੰਪਰਦਾਇ ਲੋਕ ਵੀ ਸੁਣਾਈ ਜਾਂਦੇ ਨੇ, ਤੁਸੀਂ ਵੀ ਸੁਣਾਈ ਜਾਓ, ਕੀ ਫਰਕ ਪਏਗਾ। ਗੁਰੂ ਸਾਹਿਬ ਨੇ, ਕਿਸੇ ਵੀ ਗੁਰੂ ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਅਸੀਂ ਕਹਿੰਦੇ ਆ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ 4 ਜੰਗਾਂ ਲੜੀਆਂ ਨੇ, ਔਰ ਚੌਹਾਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਿੱਤ ਪ੍ਰਾਪਤ ਕੀਤੀ ਹੈ। ਗੁਰੂ ਸਾਹਿਬ ਜੀ ਦੀ ਇੰਨੀ ਔਕਾਤ ਸੀ ਕਿ ਉਸ ਵੇਲੇ ਦੀ ਹਕੂਮਤ ਦੇ ਨਾਲ ਟੱਕਰ ਲੈ ਕੇ, ਲੜਾਈ ਕਰਕੇ, ਜੰਗ ਲੜ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿੱਤ ਪ੍ਰਾਪਤ ਕਰਦੇ। ਪਰ ਕਦੋਂ ਲੜੀਆਂ ਨੇ? ਥੋੜਾ ਜਿਹਾ ਕਿਸੇ ਦੇ ਵੀ ਲਿਖੇ ਹੋਏ ਇਤਿਹਾਸ ਦੇ ਉੱਤੇ ਝਾਤੀ ਮਾਰ ਕੇ ਦੇਖ ਲਿਓ। 11 ਸਾਲ ਦੀ ਉਮਰ ਦੇ ਵਿੱਚ 1606 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। 1606 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਨੇ, ਤੇ ਜਿਸ ਵੇਲੇ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ, ਉਹਨਾਂ ਨੂੰ ਪਤਾ ਸੀ ਨਾ ਕਿ ਮੇਰੇ ਗੁਰੂ ਪਿਤਾ ਨੂੰ ਇਸ ਤਰੀਕੇ ਦੇ ਨਾਲ ਤਸੀਹੇ ਦੇ ਦੇ ਕੇ ਇਹਨਾਂ ਨੇ ਸ਼ਹੀਦ ਕੀਤਾ ਹੈ, ਕਿ ਉਸ ਵੇਲੇ ਗੁਰੂ ਦੀ ਔਕਾਤ ਨਹੀਂ ਸੀ, ਗੁਰੂ ਦੀ ਹੈਸੀਅਤ ਨਹੀਂ ਸੀ ਕਿ ਉਦੋਂ ਹੀ ਮੁਗਲਾਂ ਦੇ ਨਾਲ ਜਾ ਕੇ ਟੱਕਰ ਲੈ ਲੈਂਦੇ। ਜੇ ਤੇ ਤੁਹਾਡੀ ਗੱਲ ਮੰਨੀਏ, ਸੰਪਰਦਾਇ ਲੋਕਾਂ ਦੀ ਗੱਲ ਮੰਨੀਏ, ਫਿਰ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਸੇ ਵੇਲੇ ਆਪਣੇ ਨਾਲ 5 ਜਾਣੇ ਜਾ ਕੇ ਲਾਹੌਰ ਦੇ ਉੱਤੇ ਜਾ ਕੇ ਕਬਜ਼ਾ ਕਰਨਾ ਚਾਹੀਦਾ ਸੀ, ਪਰ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ। ਜਿਹੜੀ ਪਹਿਲੀ ਜੰਗ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਲੜੀ ਆ ਨਾ, ਉਹ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਤਕਰੀਬਨ 24-25 ਸਾਲ ਬਾਅਦ ਜਾ ਕੇ ਪਹਿਲੀ ਲੜਾਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲੜੀ ਆ। 1606 ਦੇ ਵਿੱਚ ਗੁਰੂ ਸਾਹਿਬ ਗੁਰਤਾ ਗੱਦੀ ਤੇ ਬੈਠਦੇ ਨੇ, ਤੇ 1630 ਦੇ ਆਸ-ਪਾਸ ਜਾ ਕੇ ਜਿਹੜੀਆਂ ਲੜਾਈਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀਆਂ ਹੁੰਦੀਆਂ ਨੇ, ਉਦੋਂ ਜਾ ਕੇ ਉਹ ਲੜਦੇ ਨੇ। ਕਿਉਂ 20-25 ਸਾਲ ਦਾ ਸਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਲਗਾ ਦਿੱਤਾ? ਬਲਕਿ ਇਸ ਸਮੇਂ ਦੌਰਾਨ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸਮਰਪਣ ਵੀ ਕਰਨਾ ਪਿਆ, ਆਪਣੇ ਆਪ ਨੂੰ ਗ੍ਰਿਫਤਾਰ ਵੀ ਕਰਵਾਉਣਾ ਪਿਆ, ਗਵਾਲੀਅਰ ਦੇ ਕਿਲੇ ਦੇ ਵਿੱਚ ਆਪਣੇ ਆਪ ਨੂੰ ਕੈਦ ਵੀ ਕਰਵਾਉਣਾ ਪਿਆ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਵੀ ਕਰਵਾਇਆ। ਪਰ ਜਿਸ ਵੇਲੇ ਆਪਣੀ ਸਮਰੱਥਾ ਨੂੰ, ਆਪਣੀ ਹੈਸੀਅਤ ਨੂੰ, ਆਪਣੀ ਜੰਗੀ ਤਾਕਤ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਵਧਾ ਲਿਆ, ਉਸ ਵੇਲੇ ਜਦੋਂ ਉਸ ਹੈਸੀਅਤ ਦੇ ਵਿੱਚ ਆ ਗਿਆ ਕਿ ਹੁਣ ਮੁਗਲਾਂ ਦੇ ਨਾਲ ਆਮਣੇ ਸਾਹਮਣੇ ਟੱਕਰ ਲਈ ਜਾ ਸਕਦੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਟੱਕਰ ਲਈ। 4 ਜੰਗਾਂ ਲੜੀਆਂ, ਚੌਹਾਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਿੱਤ ਪ੍ਰਾਪਤ ਕੀਤੀ। 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ, ਜਦੋਂ ਅਸੀਂ ਕਹਿੰਦੇ ਹਾਂ ਵੀ ਗੁਰੂ ਪਿਤਾ ਦਾ ਕੱਟਿਆ ਹੋਇਆ ਸੀਸ ਜਿਹੜਾ ਸੀ ਉਹ ਆਨੰਦਪੁਰ ਵਿਖੇ ਆਇਆ ਸੀ।
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਕੀ ਉਸ ਵੇਲੇ ਹੈਸੀਅਤ ਨਹੀਂ ਸੀ? ਤੁਹਾਡੀ ਪਰਿਭਾਸ਼ਾ ਅਨੁਸਾਰ, ਤੁਹਾਡੀ ਦਿੱਤੀ ਹੋਈ ਡੈਫੀਨੇਸ਼ਨ ਮੁਤਾਬਕ, ਕਿ ਉਸੇ ਵੇਲੇ ਆਪਣੇ ਨਾਲ 5, 10, 20 ਸਿੱਖ ਲੈਂਦੇ ਤੇ ਜਾ ਕੇ ਦਿੱਲੀ ਵੱਲ ਨੂੰ ਕੂਚ ਕਰ ਜਾਂਦੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜਾ ਕੇ ਬਦਲਾ ਲੈਂਦੇ। 1675 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਅਨੰਦਪੁਰ ਵਿਖੇ ਆਉਂਦਾ ਹੈ ਤੇ ਇਤਿਹਾਸ ਦੇ ਪੰਨੇ ਤੁਸੀਂ ਆਪ ਫਰੋਲ ਕੇ ਦੇਖ ਲਓ। ਪਹਿਲੀ ਲੜਾਈ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੀ ਲੜਦੇ ਨੇ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ 11, 12, 13 ਸਾਲ ਬਾਅਦ ਜਾ ਕੇ ਉਹ ਪਹਿਲੀ ਲੜਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਲੜਦੇ ਨੇ। ਇਸ ਸਮੇਂ ਦੌਰਾਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਜੰਗੀ ਤਾਕਤ ਨੂੰ, ਜੰਗੀ ਹੈਸੀਅਤ ਨੂੰ ਵਧਾਉਂਦੇ ਪਏ ਨੇ। ਅਸੀਂ ਇਤਿਹਾਸ ਨੂੰ ਇਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਤੁਸੀਂ ਸੰਪਰਦਾਇ ਤਰੀਕੇ ਦੇ ਨਾਲ ਦੇਖਣਾ ਹੈ, ਉਹ ਤੁਹਾਡੀ ਮਰਜ਼ੀ ਹੈ, ਪਰ ਅਸੀਂ ਰੇਡੀਓ ਵਿਰਸਾ ਦੀ ਜਿਹੜੀ ਟੀਮ ਹੈ, ਅਸੀਂ ਇਹਨਾਂ ਇਤਿਹਾਸਕ ਘਟਨਾਵਾਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਦੇਖਣ ਦਾ ਯਤਨ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਾਹਮਣੇ ਉਹ ਘਟਨਾ ਰੱਖੀਏ ਤੇ ਲੋਕੀ ਇਹ ਨਾ ਆਖਣ ਕਿ ਇਹ ਮਿਥਿਹਾਸ ਹੈ, ਇਹ ਗੱਪਾਂ ਨੇ, ਇਹ ਆਪਣੇ ਕੋਲੋਂ ਬਣਾਈਆਂ ਹੋਈਆਂ ਕਥਾ ਕਹਾਣੀਆਂ ਨੇ। ਕਿ ਇਸ ਤਰੀਕੇ ਦੇ ਨਾਲ ਇਤਿਹਾਸ ਨੂੰ ਦੇਖਣਾ ਏਡਾ ਵੱਡਾ ਗੁਨਾਹ ਹੈ ਕਿ ਜੇ ਕੋਈ ਵੱਖਰੇ ਐਂਗਲ ਤੋਂ ਇਤਿਹਾਸਕ ਘਟਨਾਵਾਂ ਨੂੰ ਦੇਖਣ ਦਾ ਯਤਨ ਕਰੇ ਤੇ ਉਸ ਨੂੰ ਜਾਨੋਂ ਮਾਰ ਦਿੱਤਾ ਜਾਏ। ਪ੍ਰਭਦੀਪ ਸਿੰਘ ਜੀ, ਤੁਸੀਂ ਆਖਦੇ ਸੀ ਕਿ ਜਦੋਂ ਕੋਈ ਗੁਰੂ ਦੀ ਔਕਾਤ ਦੀ ਗੱਲ ਕਰਦਾ ਹੈ ਫਿਰ ਉਦੋਂ ਸਿੱਖ ਅੱਗੇ ਆਉਂਦਾ ਹੈ ਤੇ ਸਿੱਖ ਕਹਿ ਦਿੰਦਾ ਹੈ ਗੁਰੂ ਨੂੰ ਤੇ ਪਾਸੇ ਕਰ ਦੂ, ਪਹਿਲਾਂ ਮੇਰੀ ਔਕਾਤ ਦੇਖ ਲਾ। ਕੀ ਕਹੀਏ ਫਿਰ ਵੀ ਸਿੱਖ ਦੀ ਔਕਾਤ ਅੱਜ ਇਹੀ ਹੈ? ਜਿਸ ਗੁਰੂ ਦੀ ਔਕਾਤ ਦੇ ਸੰਬੰਧ ਵਿੱਚ ਤੁਸੀਂ ਇਹ ਦਾਅਵੇ ਕਰੋ ਵੀ ਚੁਟਕੀ ਦੇ ਵਿੱਚ ਉਹ ਗੁਰੂ ਦਿੱਲੀ ਜਿੱਤ ਸਕਦਾ ਹੈ, ਕਿ ਅੱਜ ਉਸ ਗੁਰੂ ਦੇ ਸਿੱਖਾਂ ਦੀ ਔਕਾਤ ਇੰਨੀ ਰਹਿ ਗਈ ਕਿ ਰਾਤ ਦੇ ਹਨੇਰੇ ਦੇ ਵਿੱਚ 10-12 ਜਣੇ ਇਕੱਠੇ ਹੋ ਕੇ ਮੂੰਹ ਸਿਰ ਲਪੇਟ ਕੇ ਇੱਕ ਨਿਹੱਥੇ ਦੇ ਉੱਤੇ ਵਾਰ ਕਰਕੇ ਉਹਨੂੰ ਜ਼ਖਮੀ ਕਰਕੇ ਜਾਵਣਗੇ? ਕਿ ਅੱਜ ਸਿੱਖਾਂ ਦੀ ਔਕਾਤ ਇੰਨੀ ਰਹਿ ਗਈ ਕਿ ਸਿੱਖਾਂ ਦੀ ਅੱਜ ਦੀ ਇਸ ਔਕਾਤ ਤੋਂ ਅਸੀਂ ਗੁਰੂ ਦੀ ਔਕਾਤ ਦਾ ਅੰਦਾਜ਼ਾ ਲਗਾਈਏ? ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਸ਼ਰਾਬੀ ਤੇ ਇਨਕਲਾਬੀ ਦੀ, ਕਿ ਜਿਹੜੀ ਹਰਨੇਕ ਸਿੰਘ ਦੀ ਮਾਰ ਕੁਟਾਈ ਹੋਈ ਆ ਉਹ ਇਸ ਤਰੀਕੇ ਦੇ ਨਾਲ ਹੈ ਜਿਵੇਂ ਕਿਸੇ ਸ਼ਰਾਬੀ ਦੀ ਮਾਰ ਕੁੱਟ ਹੋਈ ਹੋਵੇ, ਤੇ ਜਿਹੜੀ ਤੁਹਾਡੀ ਮਾਰ ਕੁਟਾਈ ਹੋਈ ਆ ਜਾਂ ਜਿਹੜੇ ਤੁਹਾਡੇ ਤੇ ਹਮਲੇ ਹੋਏ ਆ ਉਹ ਇਸ ਤਰੀਕੇ ਦੇ ਨਾਲ ਜਿਵੇਂ ਕਿਸੇ ਇਨਕਲਾਬੀ ਦੇ ਉੱਤੇ ਹਮਲੇ ਹੋਏ ਹੋਣ। ਮੇਰੇ ਸ਼ਬਦ ਥੋੜੇ ਅੱਗੇ ਪਿੱਛੇ ਹੋ ਸਕਦੇ ਆ, ਪਰ ਇਹੀ ਗੱਲ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਖੀ ਸੀ। ਹੈਰਾਨੀ ਹੁੰਦੀ ਹੈ ਪ੍ਰਭਦੀਪ ਸਿੰਘ ਜੀ ਕਿ ਤੁਸੀਂ ਘਟਨਾਵਾਂ ਨੂੰ ਇਸ ਤਰੀਕੇ ਦੇ ਨਾਲ ਦੇਖਦੇ ਹੋ। ਕਿਸੇ ਘਟਨਾ ਨੂੰ ਦੇਖਣ ਵੇਲੇ ਆਪਣੇ ਆਪ ਨੂੰ ਤੁਸੀਂ ਕਿਸ ਜਗ੍ਹਾ ਦੇ ਉੱਤੇ ਖੜਾ ਕਰਦੇ ਹੋ? ਥੋੜਾ ਜਿਹਾ ਪਿੱਛੇ ਜਾ ਕੇ ਦੇਖੋ ਉਹਨਾਂ ਘਟਨਾਵਾਂ ਨੂੰ। ਤੁਸੀਂ ਆਪੇ ਆਪਣੇ ਆਪ ਦੇ ਵਿੱਚ ਇਨਕਲਾਬੀ ਬਣ ਗਏ ਕਿ ਤੁਹਾਨੂੰ ਚੇਤਾ ਨਹੀਂ ਕਿ ਜਿਸ ਵੇਲੇ ਤੁਹਾਡੇ ਤੇ ਹਮਲੇ ਹੋਏ, ਪ੍ਰੋਫੈਸਰ ਦਰਸ਼ਨ ਸਿੰਘ ਦੇ ਉੱਤੇ ਹਮਲੇ ਹੋਏ, ਉਸ ਵੇਲੇ ਹਮਲਾ ਕਰਨ ਵਾਲੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਸੰਬੰਧ ਦੇ ਵਿੱਚ ਕਿਹੜੇ ਸ਼ਬਦ ਵਰਤਦੇ ਸਨ? ਯਾਦ ਨਹੀਂ ਤੇ ਥੋੜਾ ਜਿਹਾ ਪਿੱਛੇ ਖੋਜ ਕਰਕੇ ਦੇਖ ਲਓ। ਹਲਕਿਆ ਹੋਇਆ ਕੁੱਤਾ ਤੱਕ ਸ਼ਬਦ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਦੇ ਸੰਬੰਧ ਵਿੱਚ ਉਹ ਵਰਤਦੇ ਸੀ। ਤੁਸੀਂ ਇਨਕਲਾਬੀ ਆਖਦੇ ਹੋ। ਜਦੋਂ ਭਾਈ ਪੰਥਪ੍ਰੀਤ ਸਿੰਘ ਜੀ ਦੇ ਉੱਤੇ ਹਮਲਾ ਹੋਇਆ 3-4 ਸਾਲ ਪਹਿਲਾਂ ਦੀ ਗੱਲ ਆ, ਉਹ ਵੀਡੀਓ ਅੱਜ ਵੀ ਤੁਹਾਨੂੰ ਮਿਲ ਜਾਣੀ ਆ। ਉਹ ਹਮਲਾ ਕਰਨ ਵਾਲੇ ਜਿਹੜੇ ਗੁਰਦੁਆਰਿਆਂ ਦੇ ਬਾਹਰ ਚਾਹੇ ਇਟਲੀ ਸਨ ਚਾਹੇ ਜਰਮਨ ਵਿਖੇ ਸਨ, ਉਹਨਾਂ ਦੀ ਸ਼ਬਦਾਵਲੀ ਕੀ ਸੀ? ਉਹ ਸ਼ਬਦ ਜਿਹੜੇ ਮੈਂ ਇੱਥੇ ਦੁਬਾਰਾ ਬਾਰ-ਬਾਰ ਦੁਹਰਾਉਣੇ ਨਹੀਂ ਚਾਹੁੰਦਾ। ਪੰਥਪ੍ਰੀਤ ਦੇ ਸੰਬੰਧ ਵਿੱਚ ਕਿਹੜੇ-ਕਿਹੜੇ ਸ਼ਬਦ ਉਹ ਹਮਲਾਵਰ ਗੁੰਡੇ ਲੋਕ ਵਰਤਦੇ ਪਏ ਸਨ। ਉਹ ਇਨਕਲਾਬੀ ਨਹੀਂ ਸੀ ਮੰਨਦੇ। ਸਰਬਜੀਤ ਸਿੰਘ ਧੁੰਦਾ ਨੂੰ ਪੁੱਛ ਕੇ ਦੇਖ ਲਓ ਕਿ ਜਦੋਂ ਉਹਨਾਂ ਦੇ ਉੱਤੇ ਹਮਲਾ ਹੋਇਆ, ਉਹ ਹਮਲਾ ਕਰਨ ਵਾਲੇ ਕੀ ਤੁਹਾਨੂੰ ਇਨਕਲਾਬੀ ਮੰਨਦੇ ਸਨ? ਕਿਹੜੇ-ਕਿਹੜੇ ਸ਼ਬਦ ਆ ਜਿਹੜੇ ਹਮਲਾਵਰਾਂ ਨੇ ਉਸ ਵੇਲੇ
ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਦੇ ਸਬੰਧ ਦੇ ਵਿੱਚ ਨਹੀਂ ਵਰਤੇ। ਪਰ ਹੈਰਾਨੀ ਹੈ ਵੀ ਤੁਸੀਂ ਘਟਨਾਵਾਂ ਨੂੰ ਇਸ ਤਰੀਕੇ ਦੇ ਨਾਲ ਦੇਖੋਗੇ ਕਿ ਆਪੇ ਇਨਕਲਾਬੀ ਬਣ ਗਏ ਤੇ ਦੂਸਰਿਆਂ ਨੂੰ ਆਪੇ ਸ਼ਰਾਬੀ ਬਣਾ ਦਿੱਤਾ। ਚਲੋ ਦੂਸਰੀ ਗੱਲ ਵੱਲ ਆਉਂਦੇ ਆ, ਜਿਹੜੀ ਗੱਲ ਬਾਰ-ਬਾਰ ਤੁਹਾਡੇ ਵੱਲੋਂ ਪ੍ਰਚਾਰੀ ਗਈ ਕਿ ਹਰਨੇਕ ਸਿੰਘ ਦੇ ਉੱਤੇ ਹਮਲਾ ਹੋਇਆ। ਉਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹਰਨੇਕ ਸਿੰਘ ਦੀ ਆਪਣੀ ਬੋਲੀ ਦੀ ਆ, ਉਸ ਦੀ ਆਪਣੀ ਭਾਸ਼ਾ ਦੀ ਹੈ ਕਿ ਉਹ ਬਹੁਤ ਜ਼ਿਆਦਾ ਗਲਤ ਬੋਲਦੇ ਸਨ। ਸ਼ਬਦਿਕ ਹਿੰਸਾ ਜਿਹੜੀ ਹੈ ਉਹਨਾਂ ਨੇ ਕੀਤੀ ਆ, ਵਰਬਲ ਵਾਇਲੈਂਸ। ਇਹਦੇ ਸੰਬੰਧ ਵਿੱਚ ਜਿੰਨੀਆਂ ਵੀ ਤੁਸੀਂ ਗੱਲਾਂ ਆਖੀਆਂ ਨੇ, ਹਰੇਕ ਗੱਲ ਦਾ ਜਵਾਬ ਡਿਟੇਲ ਦੇ ਵਿੱਚ ਦਿੱਤਾ ਜਾ ਸਕਦਾ ਹੈ। ਪਰ ਮੈਂ ਸਿਰਫ ਇੰਨੀ ਗੱਲ ਕਹਿ ਦਿਆਂ ਕਿ ਹਰਨੇਕ ਸਿੰਘ ਨੂੰ ਜੋ ਕੁਝ ਵਿਗੜੇ ਸਮਾਜ ਨੇ ਦਿੱਤਾ ਹੈ, ਵਿਗੜਾ ਸਮਾਜ, ਜਿਹਦੇ ਵਿੱਚ ਸੰਪਰਦਾਈ ਲੋਕ ਵੀ ਸ਼ਾਮਲ ਨੇ ਤੇ ਸਾਡੇ ਉਹ ਜਾਗਰੂਕ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਆਈਡੀਆਂ ਬਣਾਈਆਂ ਹੋਈਆਂ ਨੇ। ਜੋ ਕੁਝ ਇਸ ਵਿਗੜੇ ਹੋਏ ਸਮਾਜ ਨੇ ਹਰਨੇਕ ਸਿੰਘ ਦੀ ਝੋਲੀ ਦੇ ਵਿੱਚ ਪਾਇਆ ਨਾ, ਤੇ ਜੋ ਹਰਨੇਕ ਸਿੰਘ ਨੇ ਆਪਣੀ ਜ਼ੁਬਾਨ ਤੋਂ ਬੋਲਿਆ, ਜਿਹਨੂੰ ਤੁਸੀਂ ਸ਼ਬਦਿਕ ਹਿੰਸਾ ਕਹਿੰਦੇ ਹੋ, ਵਰਬਲ ਵਾਇਲੈਂਸ ਕਹਿੰਦੇ ਹੋ, ਉਹਦੀ ਭਾਸ਼ਾ ਆਖਦੇ ਹੋ, ਉਹਦੀ ਬੋਲੀ ਕਹਿੰਦੇ ਹੋ, ਜੋ ਕੁਝ ਵੀ ਹਰਨੇਕ ਸਿੰਘ ਨੇ ਆਪਣੀ ਜ਼ੁਬਾਨ ਤੋਂ ਬੋਲਿਆ ਤੇ ਜੋ ਕੁਝ ਇਸ ਵਿਗੜੇ ਹੋਏ ਸਮਾਜ ਨੇ ਹਰਨੇਕ ਸਿੰਘ ਦੀ ਝੋਲੀ ਵਿੱਚ ਪਾਇਆ, ਉਹਦੇ ਵਿੱਚੋਂ ਹਰਨੇਕ ਸਿੰਘ ਨੇ ਅਜੇ ਕੇਵਲ 1% ਵੀ ਨਹੀਂ ਬੋਲਿਆ ਹੋਵੇਗਾ। ਜਿੰਨਾ ਕੁਝ ਇਸ ਵਿਗੜੇ ਹੋਏ ਸਮਾਜ ਨੇ ਉਸ ਨੂੰ ਦਿੱਤਾ, ਜੇ ਉਹਨੇ ਵਾਪਸ ਮੋੜਿਆ ਬੋਲੀ ਦੇ ਰੂਪ ਦੇ ਵਿੱਚ, ਭਾਸ਼ਾ ਦੇ ਰੂਪ ਦੇ ਵਿੱਚ, ਤੇ ਜੋ ਕੁਝ ਉਸ ਨੂੰ ਮਿਲਿਆ ਉਹਦੇ ਵਿੱਚੋਂ 1% ਵੀ ਅਜੇ ਉਸਨੇ ਨਹੀਂ ਮੋੜਿਆ ਹੋਵੇਗਾ। ਬਾਕੀ ਸਾਰਾ ਸੰਭਾਲ ਕੇ ਬੈਠਾ ਹੈ ਉਹ। ਉਸ ਦਾ ਜਿਗਰਾ ਹੋਏਗਾ ਜੋ ਇੰਨਾ ਕੁਝ ਸੰਭਾਲ ਕੇ ਆਪਣੇ ਅੰਦਰ ਰੱਖ ਕੇ ਫਿਰ ਵੀ ਹੱਸਦਾ ਖੇਡਦਾ ਮਿਲਦਾ ਰਿਹਾ ਸਾਰਿਆਂ ਨੂੰ। ਤੁਸੀਂ ਸ਼ਬਦਿਕ ਹਿੰਸਾ ਦੀ ਗੱਲ ਕਰਦੇ ਹੋ, ਆਪਣੇ ਆਪ ਨੂੰ ਉਸ ਜਗ੍ਹਾ ਦੇ ਉੱਤੇ ਖੜਾ ਕਰਕੇ ਤੇ ਦੇਖੋ ਤੁਸੀਂ। ਮੈਂ ਤੁਹਾਨੂੰ ਪੁੱਛਦਾ, ਪ੍ਰਭਦੀਪ ਸਿੰਘ, ਬਖਸ਼ੀਸ਼ ਸਿੰਘ, ਖਾਸ ਕਰਕੇ ਮੈਂ ਤੁਹਾਨੂੰ ਪੁੱਛਦਾ ਕਿਉਂਕਿ ਇਸ ਗੱਲ ਨੂੰ ਤੁਸੀਂ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਪਏ ਹੋ ਕਿ ਉਹਦੀ ਬੋਲੀ ਬਹੁਤ ਭੈੜੀ ਸੀ, ਉਹਦੀ ਭਾਸ਼ਾ ਬਹੁਤ ਗੰਦੀ ਸੀ। ਤੁਸੀਂ ਦੱਸਿਓ ਕਿ ਜੇ ਕਿਧਰੇ ਕੋਈ ਤੁਹਾਨੂੰ ਇਹ ਗੱਲ ਆਖੇ ਔਰ ਵੀਡੀਓ ਬਣਾ ਕੇ ਇਹ ਗੱਲ ਆਖੇ ਕਿ ਬਖਸ਼ੀਸ਼ ਸਿੰਘ, ਤੇਰਾ ਜਨਮ ਤਾਂ ਹੋਇਆ ਕਿਉਂਕਿ ਤੇਰੀ ਮਾਂ ਕਿਸੇ ਝੋਟੇ ਦੇ ਨਾਲ ਸੁੱਤੀ ਸੀ, ਤੂੰ ਪੈਦਾ ਤਾਂ ਹੋਇਆ। ਜੇ ਕੋਈ ਤੇਰੇ ਸੰਬੰਧ ਵਿੱਚ ਇਹ ਵੀਡੀਓ ਬਣਾ ਕੇ ਆਖੇ, ਕਿਹੜੀ ਨਿਮਰਤਾ ਤੂੰ ਉਸ ਵੇਲੇ ਦਿਖਾਏਂਗਾ, ਕਿਹੜੀ ਭਾਸ਼ਾ ਦੀ ਵਰਤੋਂ ਤੂੰ ਉਸ ਵੇਲੇ ਕਰੇਂਗਾ। ਔਰ ਇਹੋ ਜਿਹੇ ਪਤਾ ਨਹੀਂ ਕਿੰਨੇ ਕੋ ਬੋਲ ਉਸ ਬੰਦੇ ਨੇ ਸੁਣੇ ਨੇ, ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਨੇ ਹੈ ਮੈਸੇਜ ਜਿਹੜੇ ਨੇ ਉਹਨੂੰ ਆਉਂਦੇ ਰਹੇ ਨੇ। ਇਸ ਗੱਲ ਦਾ ਤੇ ਸਾਨੂੰ ਹੁਣ ਅਹਿਸਾਸ ਹੋ ਰਿਹਾ ਨਾ, ਮੈਨੂੰ ਆਪਣੇ ਆਪ ਨੂੰ, ਮੈਂ ਪਿਛਲੇ 4 ਸਾਲ ਤੋਂ ਤਕਰੀਬਨ ਰੇਡੀਓ ਵਿਰਸਾ ਦੇ ਉੱਤੇ ਸੂਰਜ ਪ੍ਰਕਾਸ਼ ਦੀ ਗੱਲ ਕਰਦਾ ਰਿਹਾ ਤੇ ਪਿਛਲੇ ਤਕਰੀਬਨ 2 ਕੁ ਮਹੀਨੇ ਤੋਂ ਮੈਂ ਆਪਣਾ ਚੈਨਲ ਬਣਾ ਕੇ ਉਹਦੇ ਉੱਤੇ ਉਹ ਗੱਲ ਕਰਨੀ ਸ਼ੁਰੂ ਕੀਤੀ। ਹਾਲਾਂਕਿ ਇਹਨਾਂ 2 ਮਹੀਨਿਆਂ ਦੇ ਵਿੱਚ ਜਿਹੜੀਆਂ ਵੀ ਮੈਂ 10-12 ਵੀਡੀਓ ਬਣਾਈਆਂ ਨੇ, ਕੋਈ ਗਲਤ ਭਾਸ਼ਾ ਮੈਂ ਨਹੀਂ ਵਰਤੀ ਉਹਦੇ ਵਿੱਚ, ਕੋਈ ਗਲਤ ਸ਼ਬਦਾਵਲੀ ਉਹਦੇ ਵਿੱਚ ਮੈਂ ਨਹੀਂ ਵਰਤੀ। ਬਸ ਜੋ ਕੁਝ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਉਹ ਸਾਹਮਣੇ ਲਿਆ ਕੇ, ਸਕਰੀਨ ਤੇ ਲਿਆ ਕੇ ਲੋਕਾਂ ਨੂੰ ਦਿਖਾਇਆ ਹੈ। ਪਰ 4 ਸਾਲਾਂ ਦੇ ਵਿੱਚ ਉਨੀਆਂ ਗਾਲੀਆਂ, ਉਹਨੇ ਗੰਦੇ ਮੈਸੇਜ ਮੈਨੂੰ ਨਹੀਂ ਮਿਲੇ ਜਿਤਨੇ ਗੰਦੇ ਮੈਸੇਜ ਔਰ ਜਿਤਨੀਆਂ ਗਾਲੀਆਂ ਇਹਨਾਂ 2 ਮਹੀਨਿਆਂ ਦੇ ਵਿੱਚ ਮੈਨੂੰ ਸੁਣਨੀਆਂ ਪਈਆਂ ਨੇ। ਉਦੋਂ ਪਤਾ ਚੱਲਿਆ ਕਿ ਗਾਲਾਂ ਤੇ ਲੋਕੀ ਉਦੋਂ ਵੀ ਕੱਢਦੇ ਸੀ, ਗੰਦੇ ਮੈਸੇਜ ਤੇ ਉਦੋਂ ਵੀ ਕਰਦੇ ਹੋਵਣਗੇ, ਪਰ ਉਦੋਂ ਉਹ ਸਾਰੀਆਂ ਗਾਲਾਂ, ਉਹ ਸਾਰੇ ਗੰਦੇ ਮੈਸੇਜ ਰਸਤੇ ਦੇ ਵਿੱਚ ਹਰਨੇਕ ਸਿੰਘ ਖਲੋਤਾ ਸੀ ਜਿਹੜਾ ਆਪਣੇ ਉੱਤੇ ਚੱਲਦਾ ਪਿਆ ਸੀ, ਸਾਡੇ ਤੱਕ ਨਹੀਂ ਸੀ ਅਪੜੇ। ਕਦੇ ਆਪਣੇ ਆਪ ਨੂੰ ਇੱਕ ਦਿਨ ਵਾਸਤੇ ਵੀ ਹਰਨੇਕ ਸਿੰਘ ਦੀ ਜਗ੍ਹਾ ਤੇ ਰੱਖ ਕੇ ਦੇਖਿਓ,
ਫਿਰ ਮੈਂ ਦੇਖਾਂਗਾ ਤੁਹਾਡੇ ਵਿੱਚ ਕਿੰਨੀ ਕੁ ਸਹਿਣਸ਼ੀਲਤਾ, ਕਿੰਨੀ ਕੁ ਤੁਹਾਡੇ ਵਿੱਚ ਨਿਮਰਤਾ, ਕਿੰਨੀ ਕੁ ਤੁਹਾਡੀ ਬੋਲੀ ਦੇ ਵਿੱਚ ਮਿਠਾਸ ਆ, ਕਿੰਨੀ ਕੁ ਤੁਸੀਂ ਸੱਭਿਅਕ ਬੋਲੀ ਬੋਲਣ ਵਾਲੇ ਹੋ। ਅੰਦਰਲਾ ਸਾਰਾ ਜ਼ਹਿਰ ਜਿਹੜਾ ਹੈ ਇੱਕ ਦਿਨ ਦੇ ਵਿੱਚ ਤੁਹਾਡਾ ਬਾਹਰ ਆ ਜਾਣਾ। ਅੱਜ ਤੋਂ 3-4 ਸਾਲ ਪਹਿਲਾਂ ਕੇਵਲ ਇੱਕ ਸਿੰਪਲ ਕਮੈਂਟ ਜਿਹੜਾ ਹੈ ਉਹ ਹਰਨੇਕ ਸਿੰਘ ਨੇ ਤੁਹਾਡੇ ਤੇ ਕੀਤਾ ਸੀ, ਬਖਸ਼ੀਸ਼ ਸਿੰਘ ਜੀ, ਕੋਈ ਗਾਲੀ ਗਲੋਚ ਨਹੀਂ ਸੀ ਤੁਹਾਨੂੰ ਦਿੱਤੀ, ਕੋਈ ਹਰਾਮ ਦਾ ਹਰਾਮਖੋਰ ਕਮੀਨਾ ਮੰਗ ਖਾਣਾ ਭਾਟਰਾ ਕੁਛ ਨਹੀਂ ਸੀ ਬੋਲਿਆ ਤੁਹਾਨੂੰ। ਇੱਕ ਸਿੰਪਲ ਕਮੈਂਟ ਇਹ ਕੀਤਾ ਸੀ ਕਿ ਬਖਸ਼ੀਸ਼ ਸਿੰਘ ਨੇ ਅੱਜ ਤੱਕ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਤੱਕ ਆਪਣੀ ਕੋਈ ਫੋਟੋ ਨਹੀਂ ਪਾਈ। ਤੇ ਇਸ ਦਾ ਜਵਾਬ ਤੁਸੀਂ ਕੀ ਦਿੱਤਾ ਸੀ, ਕਿਹੜੀ ਬੋਲੀ ਵਿੱਚ ਦਿੱਤਾ ਸੀ? ਸਿੰਘਨਾਦ ਰੇਡੀਓ ਦੇ ਉੱਤੇ ਪ੍ਰਭਦੀਪ ਸਿੰਘ ਨੇ ਜਦੋਂ ਇਸ ਕਮੈਂਟ ਦਾ ਜ਼ਿਕਰ ਕੀਤਾ ਸੀ ਤੁਹਾਡੇ ਨਾਲ, ਤੇ ਤੁਹਾਡਾ ਜਵਾਬ ਸੀ ਕਿ ਹਰਨੇਕ ਸਿੰਘ ਨੇ ਮੈਨੂੰ ਸ਼ਵਾਰਾ ਲਾਉਣਾ, ਮੇਰੀ ਫੋਟੋ ਲੱਭਦਾ ਫਿਰਦਾ ਹੈ। ਇਹ ਤੇ ਬੜੀ ਮਿੱਠੀ ਬੋਲੀ ਹੈ ਨਾ, ਕਿ ਕੋਈ ਫੋਟੋ ਦੇ ਸੰਬੰਧ ਵਿੱਚ ਪੁੱਛੇ ਵੀ ਤੇਰੀ ਕੋਈ ਫੋਟੋ ਨਹੀਂ ਫੇਸਬੁੱਕ ਦੇ ਉੱਤੇ ਮੈਂ ਦੇਖੀ, ਤੇ ਉਹਨੂੰ ਅਸੀਂ ਜਵਾਬ ਇਹ ਦੇਵਾਂਗੇ ਕਿ ਤੂੰ ਸ਼ਵਾਰਾ ਲਾਉਣਾ ਮੈਨੂੰ। ਇਹ ਤੇ ਵਰਬਲ ਅਬਿਊਜ਼ ਥੋੜੀ ਆ। ਦੱਸੋਗੇ ਕਿ ਸ਼ਵਾਰਾ ਲਾਉਣ ਦਾ ਮਤਲਬ ਕੀ ਹੁੰਦਾ? ਇਹੀ ਮਤਲਬ ਹੈ ਨਾ ਵੀ ਹਰਨੇਕ ਸਿੰਘ ਦੇ ਘਰ ਉਹਦੀ ਕੋਈ ਧੀ ਹੋਵੇ, ਉਹਦੀ ਕੋਈ ਭੈਣ ਹੋਵੇ, ਘਰ ਦੇ ਵਿੱਚ ਕੋਈ ਵਿਆਹੁਣ ਵਾਲੀ ਜਵਾਨ ਔਰਤ ਹੋਵੇ ਤੇ ਉਹਦਾ ਤੇਰੇ ਨਾਲ ਵਿਆਹ ਕੀਤਾ ਜਾਵੇ, ਤੇਰੇ ਨਾਲ ਉਹ ਬਿਸਤਰੇ ਦੇ ਵਿੱਚ ਜਾ ਕੇ ਸੋਵੇ। ਤੇ ਫਿਰ ਹਰਨੇਕ ਸਿੰਘ ਨੇ ਇਹੀ ਪੁੱਛਿਆ ਸੀ ਜਦੋਂ ਤੁਹਾਡੀਆਂ ਚੀਕਾਂ ਵੱਜੀਆਂ ਸਨ ਕਿ ਜੇ ਫੋਟੋ ਪਾਉਣ ਦਾ ਮਤਲਬ ਸ਼ਵਾਰਾ ਲਾਉਣਾ ਹੀ ਹੁੰਦਾ ਹੈ ਤੇ ਫਿਰ ਦੱਸ, ਜਿਹੜੀਆਂ ਹਰ ਰੋਜ਼ ਖਾਲਸਾ ਨਿਊਜ਼ ਦੇ ਉੱਤੇ ਜਿਨ੍ਹਾਂ ਦੀਆਂ ਤੂੰ ਫੋਟੋਆਂ ਹਰ ਰੋਜ਼ ਪਾਉਣਾ ਹੈ, ਤੇਰੇ ਘਰ ਦੇ ਵਿੱਚ ਕਿੰਨੀਆਂ ਕੁ ਔਰਤਾਂ ਨੇ? ਅਜੇ ਉਹਨਾਂ ਦੇ ਵਿਆਹ ਨਹੀਂ ਹੋਏ, 10-12 ਸਾਲ ਹੋ ਗਏ ਤੈਨੂੰ ਫੋਟੋਆਂ ਪਾਉਂਦਿਆਂ ਨੂੰ, ਅਜੇ ਤੱਕ ਹਰ ਰੋਜ਼ ਪਾਈ ਜਾਂਦਾ। ਸਾਰੀ ਰੇਡੀਓ ਵਰਸਾ ਦੀ ਟੀਮ ਦੀਆਂ ਫੋਟੋਆਂ ਪਾਈ ਜਾਂਦਾ, ਸਾਰੇ ਜਥੇਦਾਰਾਂ ਦੀਆਂ ਫੋਟੋਆਂ ਪਾਈ ਜਾਂਦਾ, ਢੱਡਰੀਆਂ ਵਾਲਿਆਂ ਦੀਆਂ ਫੋਟੋਆਂ ਪਾਈ ਜਾਂਦਾ। ਤੂੰ ਤੇ ਬਾਦਲ ਦੀਆਂ ਫੋਟੋਆਂ ਵੀ ਪਾ ਦਿੱਤੀਆਂ ਨੇ, ਉਹ ਤੇ ਮਰਨ ਕਿਨਾਰੇ ਪਿਆ ਹੋਇਆ, ਉਹਨੇ ਤੇ ਹੁਣ ਵਿਆਹ ਨਹੀਂ ਕਰਾਉਣਾ। ਜੇ ਫੋਟੋ ਪਾਉਣ ਦਾ ਮਤਲਬ ਸ਼ਵਾਰਾ ਲਾਉਣਾ ਹੁੰਦਾ ਹੈ ਤੇ ਜਵਾਬ ਦਿੱਤਾ ਸੀ ਇਸ ਦਾ ਵੀ ਤੇਰੇ ਘਰ ਦੇ ਅੰਦਰ ਕਿੰਨੇ ਕੁ ਅਜੇ ਇਹੋ ਜਿਹੇ ਕੰਮ ਕਰਨ ਵਾਲੇ ਬਾਕੀ ਪਏ ਨੇ ਜੋ ਤੂੰ ਹਰ ਰੋਜ਼ ਲੋਕਾਂ ਦੀਆਂ ਫੋਟੋਆਂ ਪਾਈ ਜਾਂਦਾ। ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੀ ਫੋਟੋ ਨਹੀਂ ਸੀ ਪਾਈ, ਸਿਰਫ ਪ੍ਰਭਦੀਪ ਸਿੰਘ ਦੀ ਪਾਈ ਆ। ਇਹਦਾ ਇਹ ਮਤਲਬ ਨਹੀਂ ਕਿ ਮੇਰੇ ਕੋਲ ਤੁਹਾਡੀ ਫੋਟੋ ਹੈ ਨਹੀਂ, ਮੈਂ ਇਸ ਵਾਰੀ ਵੀ ਨਹੀਂ ਪਾਉਣੀ, ਕਿਉਂਕਿ ਮੈਨੂੰ ਪਤਾ ਜੇ ਤੁਸੀਂ ਆਪਣੀ ਫੋਟੋ ਨਹੀਂ ਪਾਉਣੀ ਚਾਹੁੰਦੇ, ਨਹੀਂ ਸਾਹਮਣੇ ਆਉਣਾ ਚਾਹੁੰਦੇ, ਤੁਹਾਡੀ ਮਰਜ਼ੀ ਹੈ, ਮੈਂ ਕਾਹਦੇ ਵਾਸਤੇ ਤੁਹਾਡੀ ਫੋਟੋ ਪਾਉਣੀ ਆ। ਪਰ ਆਪਣੇ ਆਪ ਨੂੰ ਦੂਸਰੇ ਦੀ ਜਗ੍ਹਾ ਤੇ ਖੜਾ ਕਰਕੇ ਕਦੇ ਦੇਖਿਓ। ਮੈਂ ਫਿਰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿਹੜੇ ਲੋਕ ਹਰਨੇਕ ਸਿੰਘ ਦੀ ਬੋਲੀ ਦੀ ਗੱਲ ਕਰਦੇ ਆ, ਹਰਨੇਕ ਸਿੰਘ ਦੀ ਭਾਸ਼ਾ ਦੀ ਗੱਲ ਕਰਦੇ ਆ, ਯਾਦ ਰੱਖਣ ਜੋ ਕੁਝ ਇਸ ਵਿਗੜੇ ਹੋਏ ਸਮਾਜ ਨੇ ਉਹਨੂੰ ਦਿੱਤਾ। ਉਸ ਵਿਗੜੇ ਹੋਏ ਸਮਾਜ ਦੇ ਵਿੱਚ ਕੁਝ ਸੰਪਰਦਾਈ ਲੋਕ ਵੀ ਆ, ਕੁਝ ਜਾਗਰੂਕ ਤਬਕੇ ਦੇ ਨਾਲ ਸੰਬੰਧਿਤ ਲੋਕ ਵੀ ਆ। ਉਹ ਲੋਕ ਵੀ ਆ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ, ਤਕਰੀਬਨ ਪਿਛਲੇ 10-12 ਸਾਲ ਤੋਂ, ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਦਾ ਕੈਨੇਡਾ ਦੇ ਵਿੱਚ ਕੋਈ ਇੱਕ ਕੀਰਤਨ ਵੀ ਮਿਸ ਨਹੀਂ ਕੀਤਾ ਹੋਣਾ। ਸਾਰੇ ਕੀਰਤਨ ਪ੍ਰੋਫੈਸਰ ਸਾਹਿਬ ਦੇ ਸਾਹਮਣੇ ਚੌਂਕੜੀ ਮਾਰ ਕੇ ਜਿਹੜੇ ਉਹਨਾਂ ਨੇ ਸੁਣੇ ਹੋਣਗੇ। ਦਾੜੀਆਂ ਉਹਨਾਂ ਦੀਆਂ ਦੁੱਧ ਦੇ ਨਾਲੋਂ ਜ਼ਿਆਦਾ ਚਿੱਟੀਆਂ ਨੇ। ਕੁਝ ਇੱਕ ਦੇ ਚਿੱਠੇ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ ਚੱਲਦੇ ਵੀ ਪਏ ਆ। ਜੋ ਕੁਝ ਇਹੋ ਜਿਹੇ ਵਿਗੜੇ ਹੋਏ ਲੋਕਾਂ ਨੇ ਹਰਨੇਕ ਸਿੰਘ ਦੀ ਝੋਲੀ ਵਿੱਚ ਪਾਇਆ ਨਾ, ਹਰਨੇਕ ਸਿੰਘ ਨੇ ਉਹਦਾ 1% ਵੀ ਅਜੇ ਤੁਹਾਨੂੰ ਨਹੀਂ ਮੋੜਿਆ। ਪਿਛਲੇ ਦਿਨੀ ਖਾਲਸਾ ਨਿਊਜ਼ ਦੇ ਉੱਤੇ ਇੱਕ ਲੇਖ ਸੀਗਾ, ਆਰਟੀਕਲ ਪਾਲ ਸਿੰਘ ਦਾ ਲਿਖਿਆ ਹੋਇਆ, ਉਹਦੇ ਉੱਤੇ ਇੱਕ ਪੋਸਟਰ ਬਣਿਆ ਹੋਇਆ ਸੀ। ਸ਼ਾਇਦ ਪੋਸਟਰ ਜਿਹੜਾ ਹੈ ਬਖਸ਼ੀਸ਼ ਸਿੰਘ ਨੇ ਬਣਾਇਆ ਹੋਵੇ, ਕਿਉਂਕਿ ਆਰਟੀਕਲ ਦੇ ਵਿੱਚ ਉਸ ਗੱਲ ਦਾ ਸ਼ਾਇਦ ਜ਼ਿਕਰ ਨਹੀਂ ਆਇਆ। ਤੇ ਪੋਸਟਰ ਦੇ ਉੱਤੇ ਇਹ ਗੱਲ ਲਿਖੀ ਹੋਈ ਸੀ ਕਿ ਵਰਬਲ ਅਬਿਊਜ਼ ਲੀਡਸ ਟੂ ਫਿਜ਼ੀਕਲ ਵਾਇਲੈਂਸ।
ਮੈਂ ਪੁੱਛਣਾ ਚਾਹੁੰਦਾ ਹਾਂ, ਕਿਉਂਕਿ ਮੈਂ ਇਹ ਗੱਲ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਡਿਸਕਸ ਕੀਤੀ ਸੀ। ਤੁਸੀਂ ਵੀ ਜਿਹੜੇ ਲੋਕ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ, ਆਪਣੇ ਬੱਚਿਆਂ ਦੇ ਨਾਲ ਇਹ ਗੱਲ ਕਰਕੇ ਦੇਖਿਓ। ਜੇ ਹੋ ਸਕੇ ਤੇ ਜੇ ਕਿਸੇ ਦੇ ਪੋਤੇ ਹੋਣ, ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖਿਓ, ਜਿਹੜੇ ਇੱਥੋਂ ਦੇ ਪੜ੍ਹੇ ਹੋਏ ਨੇ, ਇਹੋ ਜਿਹੇ ਸਿਸਟਮ ਦੇ ਵਿੱਚ ਜਿਹੜੇ ਟਲੇ ਹੋਏ ਨੇ, ਕਿ ਕੀ ਇਹ ਗੱਲ ਠੀਕ ਆ ਕਿ ਵਰਬਲ ਅਬਿਊਜ਼ ਲੀਡਸ ਟੂ ਫਿਜ਼ੀਕਲ ਵਾਇਲੈਂਸ? ਕੀ ਇਹ ਗੱਲ ਅਸੈਪਟੇਬਲ ਹੈਗੀ ਹੈ ਇਸ ਸਮਾਜ ਦੇ ਵਿੱਚ, ਇਸ ਸੁਸਾਇਟੀ ਦੇ ਵਿੱਚ? ਕਿਉਂਕਿ ਜਿਸ ਵੇਲੇ ਮੈਂ ਇਹ ਗੱਲ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੀ ਸੀ, ਮੈਨੂੰ ਤੇ ਜਵਾਬ ਇਹ ਮਿਲਿਆ ਸੀ ਕਿ ਇਹ ਗੱਲ ਨੂੰ ਅਸੈਪਟ ਕਰਨਾ ਤੇ ਇੱਕ ਪਾਸੇ ਰਹਿ ਗਿਆ। ਇੱਥੇ ਤੇ ਸਾਨੂੰ ਸਿਖਾਇਆ ਇਹ ਜਾਂਦਾ ਹੈ, ਇੱਥੇ ਤੇ ਸਾਨੂੰ ਪੜ੍ਹਾਇਆ ਇਹ ਜਾਂਦਾ ਹੈ ਕਿ ਫਿਜ਼ੀਕਲ ਵਾਇਲੈਂਸ ਸ਼ੁੱਡ ਨਾਟ ਲੀਡ ਟੂ ਫਿਜ਼ੀਕਲ ਵਾਇਲੈਂਸ, ਕਿ ਸਰੀਰਕ ਹਿੰਸਾ ਜਿਹੜੀ ਆ ਉਹ ਵੀ ਸਰੀਰਕ ਹਿੰਸਾ ਤੱਕ ਨਹੀਂ ਜਾਣੀ ਚਾਹੀਦੀ। ਭਾਵ ਜਿਸ ਤਰੀਕੇ ਦੇ ਨਾਲ ਹਰਨੇਕ ਸਿੰਘ ਦੇ ਉੱਤੇ ਹੁਣ ਹਮਲਾ ਕੀਤਾ, ਕੱਲ ਨੂੰ ਹਰਨੇਕ ਸਿੰਘ ਠੀਕ ਹੋ ਕੇ ਆਖੇ ਕਿ ਮੈਂ ਗਨ ਲੈ ਕੇ ਹੁਣ ਉਹਨਾਂ ਲੋਕਾਂ ਨੂੰ ਮਾਰਨ ਵਾਸਤੇ ਜਾਣਾ, ਉਹ ਵੀ ਇਸ ਸਮਾਜ ਦੇ ਵਿੱਚ ਅਸੈਪਟੇਬਲ ਨਹੀਂ ਹੋਣਾ, ਜਿਸ ਸਮਾਜ ਦੇ ਵਿੱਚ, ਜਿਸ ਸਦੀ ਦੇ ਵਿੱਚ ਅਸੀਂ ਰਹਿੰਦੇ ਪਏ ਹਾਂ। ਔਰ ਸਦਕੇ ਜਾਣ ਨੂੰ ਜੀ ਕਰਦਾ ਗੁਰੂ ਸਾਹਿਬਾਨਾਂ ਤੋਂ, ਕਿ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਵੀ ਇਸ ਵਿਚਾਰਧਾਰਾ ਨੂੰ ਕਦੇ ਪ੍ਰਵਾਨ ਨਹੀਂ ਕੀਤਾ। ਇਹ ਗੱਲਾਂ ਸਾਡੇ ਵਿੱਚ ਚੱਲੀਆਂ ਨੇ ਗੁਰੂ ਸਾਹਿਬਾਨਾਂ ਦੇ ਜਾਣ ਤੋਂ ਬਾਅਦ। ਇਤਿਹਾਸਕ ਗ੍ਰੰਥਾਂ ਦੀ ਰਾਹੀਂ ਇਹ ਗੱਲਾਂ ਸਾਡੇ ਦਿਮਾਗਾਂ ਦੇ ਵਿੱਚ ਪਾਈਆਂ ਗਈਆਂ। ਗੁਰੂ ਸਾਹਿਬਾਨ ਦੇ ਨਿਕਟ ਵਰਤੀ ਸਿੱਖਾਂ ਦੇ ਨਾਮ ਦੇ ਉੱਤੇ ਰਹਿਤਨਾਮੇ ਲਿਖ ਲਿਖ ਕੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਨ ਜ਼ਹਿਰ ਵਾਲੀਆਂ, ਉਹ ਸਾਡੇ ਅੰਦਰ ਭਰੀਆਂ ਗਈਆਂ ਨੇ। ਸਾਡੀ ਸਹਿਣਸ਼ੀਲਤਾ ਨੂੰ, ਸਾਡੇ ਧੀਰਜ ਨੂੰ ਖਤਮ ਕੀਤਾ ਗਿਆ। ਅੱਜ ਦੀ ਇਸ ਵੀਡੀਓ ਨੂੰ ਬਣਾਉਣ ਤੋਂ ਪਹਿਲਾਂ ਤਕਰੀਬਨ 15-20 ਮਿੰਟ ਪਹਿਲਾਂ ਉਸ ਤੋਂ ਬਖਸ਼ੀਸ਼ ਸਿੰਘ ਹੋਣਾ ਦਾ ਇੱਕ ਮੈਸੇਜ ਮੈਨੂੰ ਆਇਆ ਸੀ, ਜਿਹਦੇ ਵਿੱਚ ਉਹਨਾਂ ਨੇ ਅੱਜ ਦੇ ਇੱਕ ਪ੍ਰੋਗਰਾਮ ਦਾ ਤਕਰੀਬਨ ਘੰਟੇ ਕੁ ਦਾ ਉਹ ਵੀਡੀਓ ਕਲਿੱਪ ਹੈ, ਉਹ ਜਿਹੜਾ ਮੈਨੂੰ ਉਹਨਾਂ ਨੇ ਭੇਜਿਆ ਸੀ ਵੀ ਇਹ ਤੁਸੀਂ ਸੁਣਿਓ। ਮੈਂ ਪੂਰਾ ਤੇ ਨਹੀਂ ਸੁਣ ਸਕਿਆ, 10 ਮਿੰਟ ਦੇ ਵਿੱਚ ਉਹ ਸਕਿਪ ਕਰਕੇ ਮੈਂ ਉਸ ਨੂੰ ਸੁਣਨ ਦਾ ਯਤਨ ਕੀਤਾ ਕਿ ਉਹਦੇ ਵਿੱਚ ਕੋਈ ਮੇਰੇ ਗੱਲ ਕਰਨ ਵਾਲੀ ਹੋਵੇ। ਸ਼ਾਇਦ ਉਹਦੇ ਵਿੱਚੋਂ ਮੈਂ ਕੁਝ ਗੱਲਾਂ ਮਿਸ ਕਰ ਗਿਆ ਹੋਵਾਂ, ਪਰ ਜਿਹੜੀ ਅਖੀਰ ਦੇ ਉੱਤੇ ਬਖਸ਼ੀਸ਼ ਸਿੰਘ ਦੀ ਤੇ ਪ੍ਰਭਦੀਪ ਸਿੰਘ ਦੀ ਆਪਸ ਦੇ ਵਿੱਚ ਗੱਲਬਾਤ ਹੋਈ, ਖਾਸ ਕਰਕੇ ਜਿਹੜੀ ਇਹਨਾਂ ਨੇ ਪ੍ਰੋਫੈਸਰ ਸਾਹਿਬ ਦੁਆਰਾ ਜਦੋਂ ਅਰਦਾਸ ਬਦਲੀ ਗਈ ਉਹਦੇ ਨਾਲ ਰਿਲੇਟਡ ਜਿਹੜੀ ਗੱਲਬਾਤ ਇਹਨਾਂ ਨੇ ਕੀਤੀ ਸੀ, ਮੈਂ ਚਾਹੁੰਦਾ ਤੇ ਸੀ ਕਿ ਉਹਦਾ ਜਵਾਬ ਦਿਆਂ, ਪਰ ਬਖਸ਼ੀਸ਼ ਸਿੰਘ ਉਹ ਗੱਲ ਤੇ ਆਪਣੀ ਆਪਸ ਦੇ ਵਿੱਚ ਹੋਈ ਸੀ। ਉਹ ਗੱਲ ਹੁਣ ਮੈਂ ਸਾਰੇ ਲੋਕਾਂ ਦੇ ਸਾਹਮਣੇ, ਜੇ ਤੁਸੀਂ ਚਾਹੁੰਦੇ ਹੋ ਦੁਬਾਰਾ ਉਹ ਸਾਰਾ ਚੈਪਟਰ ਜਿਹੜੇ ਉਸ ਵੇਲੇ ਮੈਂ ਆਰਟੀਕਲ ਲਿਖੇ ਸੀ, ਜਿਹੜੇ ਪ੍ਰੋਫੈਸਰ ਸਾਹਿਬ ਨੇ ਆਰਟੀਕਲ ਲਿਖੇ ਸੀ, ਉਹ ਸਾਰੇ ਆਰਟੀਕਲ ਫਿਰ ਨਵੇਂ ਸਿਰੇ ਤੋਂ ਲਿਆ ਕੇ ਸਾਹਮਣੇ ਲੋਕਾਂ ਦੇ ਸਾਹਮਣੇ ਰੱਖ ਕੇ ਡਿਸਕਸ ਕਰਾਂ, ਉਹ ਤੁਹਾਡੀ ਮਰਜ਼ੀ ਆ। ਆਉਣ ਵਾਲੇ ਸਮੇਂ ਦੇ ਅੰਦਰ ਸ਼ਾਇਦ ਤੁਹਾਡੀ ਇੱਛਾ ਪੂਰੀ ਕਰ ਸਕੀਏ, ਪਰ ਉਹਨਾਂ ਗੱਲਾਂ ਦਾ ਮੈਂ ਕੀ ਜਵਾਬ ਦਿਆਂ? ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੀ ਗੱਲ ਤੁਸੀਂ ਅੱਜ ਰੇਡੀਓ ਦੇ ਉੱਤੇ ਪ੍ਰਭਦੀਪ ਸਿੰਘ ਦੇ ਨਾਲ ਕੀਤੀ ਆ, ਉਹਦੇ ਵਿੱਚ ਕਿੰਨਾ ਝੂਠ ਬੋਲਿਆ। ਉਹ ਗੱਲ ਕਿਸ ਤਰੀਕੇ ਦੇ ਨਾਲ ਹੋਈ ਸੀ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਉਹ ਗੱਲ ਰੇਡੀਓ ਦੇ ਉੱਤੇ ਆਣ ਕੇ ਬੋਲੀ ਆ, ਮੈਨੂੰ ਤੇ ਪਤਾ ਨਾ। ਔਰ ਆਪਾਂ ਤਿੰਨਾਂ ਜਾਣਿਆਂ ਨੂੰ ਵੈਸੇ ਉਸ ਗੱਲ ਦਾ ਪਤਾ, ਉਹ ਗੱਲਾਂ ਕੀ ਹੋਈਆਂ ਸੀ ਤਿੰਨਾਂ ਜਾਣਿਆਂ ਨੂੰ ਪਤਾ। ਇੱਕ ਮੈਨੂੰ ਪਤਾ, ਇੱਕ ਬਖਸ਼ੀਸ਼ ਸਿੰਘ ਜੀ ਤੁਹਾਨੂੰ ਪਤਾ, ਤੇ ਤੀਸਰਾ ਉਸ ਗੱਲ ਦਾ ਹਿੰਮਤ ਸਿੰਘ ਨੂੰ ਪਤਾ। ਤੇ ਉਹ ਹਿੰਮਤ ਸਿੰਘ ਕੌਣ ਆ ਉਸ ਦਾ ਮੈਨੂੰ ਵੀ ਨਹੀਂ ਪਤਾ। ਉਹ ਹਿੰਮਤ ਸਿੰਘ ਨਾਮ ਦੀ ਇੱਕ ਆਈਡੀ ਆ, ਜਿਸ ਨੂੰ ਉਹ ਜਿੰਨੀਆਂ ਵੀ ਆਪਣੀਆਂ ਗੱਲਾਂ ਹੋਈਆਂ ਉਹਨਾਂ ਸਾਰਿਆਂ ਦਾ ਪਤਾ। ਉਹ ਹਿੰਮਤ ਸਿੰਘ ਕੌਣ ਆ ਤੁਹਾਨੂੰ ਪਤਾ ਹੋਵੇਗਾ, ਲੱਭ ਲਿਓ ਉਸ ਨੂੰ। ਪਰ ਉਹ ਗੱਲਾਂ ਆਪਣੀਆਂ ਆਪਸ ਦੇ ਵਿੱਚ ਹੋਈਆਂ ਸੀ। ਮੈਂ ਚਾਹੁੰਦਾ ਤੇ ਸੀ ਪ੍ਰਭਦੀਪ ਸਿੰਘ ਜਿਹੜੇ ਸਵਾਲ ਕਰਦਾ ਉਹਨਾਂ ਦੇ ਜਵਾਬ ਦਿਆਂ, ਪਰ ਮੈਂ ਪਿਛਲੀ ਵਾਰ ਵੀ ਆਖਿਆ ਸੀ ਕਿ ਤੁਸੀਂ ਬਦ ਦਿਮਾਗ ਨਹੀਂ, ਤੁਸੀਂ ਬੇਈਮਾਨ ਹੋ। ਪਰ ਤੁਹਾਡੇ ਉਸ ਤੋਂ ਬਾਅਦ ਦੇ ਪ੍ਰੋਗਰਾਮ ਜਦੋਂ ਮੈਂ ਸੁਣੇ ਨੇ, ਉਸ ਨੂੰ ਸੁਣਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਮੈਂ ਪਿਛਲੀ ਸਟੇਟਮੈਂਟ ਜਿਹੜੀ ਸੀ ਉਹ ਗਲਤ ਦਿੱਤੀ ਆ। ਜੇ ਵਾਕਿਆ ਹੀ ਤੁਸੀਂ
ਇਸ ਸਾਰੀ ਘਟਨਾਕ੍ਰਮ ਨੂੰ ਇਸੇ ਤਰੀਕੇ ਦੇ ਨਾਲ ਹੀ ਦੇਖਦੇ ਹੋ। ਤੇ ਸ਼ਾਇਦ ਪਿਛਲੀ ਵਾਰੀ ਜਿਹੜੀ ਮੈਂ ਸਟੇਟਮੈਂਟ ਦਿੱਤੀ ਹੈ ਉਹ ਗਲਤ ਸੀ। ਮੈਨੂੰ ਕਹਿਣਾ ਚਾਹੀਦਾ ਤੁਸੀਂ ਇਕੱਲੇ ਬੇਈਮਾਨ ਨਹੀਂ, ਬਿਮਾਰੀਆਂ ਤੁਹਾਡੇ ਅੰਦਰ ਕੁਝ ਹੋਰ ਵੀ ਆ ਜਿਹੜੀਆਂ ਤੁਹਾਨੂੰ ਟਿਕਣ ਨਹੀਂ ਦਿੰਦੀਆਂ, ਜਿਹੜੀਆਂ ਤੁਹਾਨੂੰ ਚੈਨ ਦੇ ਨਾਲ ਬੈਠਣ ਨਹੀਂ ਦਿੰਦੀਆਂ। ਔਰ ਜਿੰਨੀ ਦੇਰ ਤੱਕ ਉਹਨਾਂ ਬਿਮਾਰੀਆਂ ਦਾ ਇਲਾਜ ਨਹੀਂ ਹੁੰਦਾ, ਇਸੇ ਤਰੀਕੇ ਦੇ ਨਾਲ ਤੁਸੀਂ ਭਟਕਣਾ, ਇਸੇ ਤਰੀਕੇ ਦੇ ਨਾਲ ਤੁਸੀਂ ਤੜਫਣਾ। ਮੈਂ ਜਿਹੜੇ ਇਹ ਪ੍ਰੋਗਰਾਮ ਕਰਦਾ ਤੁਹਾਨੂੰ ਸਮਝਾਉਣ ਵਾਸਤੇ ਨਹੀਂ, ਤੁਹਾਡੇ ਜਰੀਏ ਕਈਆਂ ਤੱਕ ਗੱਲ ਅੱਪੜਦੀ ਹੈ। ਜੇ ਗੁਰੂ ਦੀ ਔਕਾਤ ਦਾ ਸ਼ਬਦ ਵਰਤਿਆ ਗਿਆ ਸੀ, ਉਦੋਂ ਤੇ 10 ਸੈਕਿੰਡ ਦਾ ਸ਼ਬਦ ਹੋਏਗਾ ਵਰਤਿਆ ਹੋਇਆ, ਜਿਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਪਰ ਅੱਜ ਉਸ 10 ਸੈਕਿੰਡ ਦੇ ਵਰਤੇ ਹੋਏ ਸ਼ਬਦ ਦੇ ਉੱਤੇ ਮੈਂ 10-15 ਮਿੰਟ ਬੋਲੇ ਹਾਂ। ਆਪਣਾ ਪੁਆਇੰਟ ਆਫ ਵਿਊ ਜਿਹੜਾ ਹੈਗਾ ਮੈਂ ਕਲੀਅਰ ਕੀਤਾ ਹੈ। ਇਹ ਵੱਖਰੀ ਗੱਲ ਹੈ, ਕਿਸੇ ਨੂੰ ਉਹ ਚੰਗਾ ਲੱਗੇ, ਕਿਸੇ ਨੂੰ ਉਹ ਚੰਗਾ ਨਾ ਲੱਗੇ, ਪਰ ਅਸੀਂ ਇਤਿਹਾਸਕ ਘਟਨਾਵਾਂ ਨੂੰ ਇਸੇ ਤਰੀਕੇ ਦੇ ਨਾਲ ਦੇਖਣ ਦਾ ਯਤਨ ਕਰਦੇ ਹਾਂ, ਸਮਝਣ ਦਾ ਯਤਨ ਕਰਦੇ ਹਾਂ ਕਿ ਉਹ ਇਤਿਹਾਸਕ ਘਟਨਾਵਾਂ ਜਦੋਂ ਅਸੀਂ ਲੋਕਾਂ ਨੂੰ ਦਸੀਏ, ਲੋਕੀ ਇਹ ਨਾ ਆਖਣ ਕਿ ਇਹ ਮਿਥਿਹਾਸਕ ਗੱਲਾਂ ਸੁਣਾਉਂਦੇ ਪਏ ਨੇ, ਇਹ ਗੱਪਾਂ ਸੁਣਾਉਂਦੇ ਪਏ ਨੇ, ਇਹ ਮਨ ਘੜਤ ਗੱਲਾਂ ਸੁਣਾਉਂਦੇ ਪਏ ਨੇ। ਪਿਛਲੇ ਹਫ਼ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਸੰਬੰਧ ਵਿੱਚ ਮੈਂ ਗੱਲ ਕੀਤੀ ਸੀ। 3-4 ਮੈਸੇਜ ਮੈਨੂੰ ਕੁਝ ਸੱਜਣਾਂ ਦੇ ਇਸ ਦੇ ਸੰਬੰਧ ਵਿੱਚ ਆਏ। ਮੈਂ ਦੁਬਾਰਾ ਉਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਉਹ ਜਦੋਂ ਅਸੀਂ ਆਖਦੇ ਹਾਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ, ਕਦੀ ਕਹਿੰਦੇ ਆ, ਕੋਈ ਕਹਿੰਦਾ 300 ਫੁੱਟ ਲੱਗੇ, ਕੋਈ ਕਹਿੰਦਾ 400 ਲੱਗੇ, ਕੋਈ ਕਹਿੰਦਾ 700 ਲੱਗਾ, ਝੂਠ ਬੋਲਦੇ ਪਏ ਹਾਂ ਅਸੀਂ। ਸਾਡੇ ਇਤਿਹਾਸਕਾਰਾਂ ਨੇ ਝੂਠ ਲਿਖਿਆ ਹੋਇਆ ਹੈ। ਹੋ ਸਕਦਾ 1000 ਤੋਂ ਵੱਧ ਲੱਗੇ ਹੋਣ, 2000 ਲੱਗੇ ਹੋਣ, ਮਰਨ ਤੋਂ ਬਾਅਦ ਵੀ ਉਹਨਾਂ ਦੇ ਉੱਤੇ ਵਾਰ ਕਰੀ ਗਏ ਹੋਣ ਗੁੱਸੇ ਦੇ ਵਿੱਚ। ਪਰ ਜਦੋਂ ਅਸੀਂ ਗਿਣਤੀ ਦੱਸਦੇ ਹਾਂ, ਉਦੋਂ ਸਾਡੇ ਤੇ ਸਵਾਲ ਕਰਨਾ ਅਗਲੇ ਨੇ ਕਿ ਬਾਬਾ ਅਜੀਤ ਸਿੰਘ ਦਾ ਪੋਸਟਮਾਰਟਮ ਕਿਹਨੇ ਕੀਤਾ ਸੀ। ਤੁਹਾਡੀਆਂ ਇਤਿਹਾਸਕ ਰਵਾਇਤਾਂ ਤੇ ਇਹ ਆਖਦੀਆਂ ਕਿ ਅਗਲੀ ਰਾਤ ਨੂੰ ਬੀਬੀ ਸ਼ਰਨ ਕੌਰ ਨੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਸੀ। ਫਿਰ ਉਹ ਜ਼ਖਮਾਂ ਦੀ ਗਿਣਤੀ ਕਿਹਨੇ ਕੀਤੀ? ਕਿਉਂ ਅਸੀਂ ਝੂਠ ਬੋਲਦੇ ਹਾਂ? ਅਸੀਂ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਪੇਸ਼ ਕਰੀਏ ਕਿ ਸੁਣਨ ਵਾਲੇ ਨੂੰ ਉਹ ਇਤਿਹਾਸ ਜਿਹੜਾ ਹੈ ਜੈਨੂਨ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।